ਕਿਹੜਾ ਵਿਆਹ ਹੈ ਜਿਹੜਾ ਪੈਲਸਾਂ ਦੇ ਵਿੱਚ ਨਹੀਂ ਹੁੰਦਾ, ਔਰ ਕਿਹੜਾ ਵਿਆਹ ਹੈ ਜਿੱਥੇ ਆਰਕੈਸਟਰਾ ਨਹੀਂ ਨਚਾਈਆਂ ਜਾ ਉਹ ਜਿਹੜੀਆਂ ਆਰਕੈਸਟਰਾ ਵਾਲੀਆਂ ਜਿਹੜੀਆਂ ਲੜਕੀਆਂ ਨੱਚਦੀਆਂ ਕੋਈ ਅਰਸ਼ੋਂ ਨਹੀਂ ਉਤਰੀਆਂ, ਉਹ ਸਾਡੇ ਪੰਜਾਬ ਦੀਆਂ ਹੀ ਧੀਆਂ ਭੈਣਾਂ, ਸਾਡੀਆਂ ਹੀ ਭੈਣਾਂ ਧੀਆਂ ਨੇ। ਕਹਿ ਦਿਓ ਕਹਿੰਦੇ ਜੀ ਡੈਮੋਕ੍ਰੇਸੀ ਆ, ਆਜ਼ਾਦੀ ਹੈ, ਸਾਨੂੰ ਅਧਿਕਾਰ ਹੈ, ਸਾਡੀ ਤਾਂ ਨਿੱਜੀ ਜ਼ਿੰਦਗੀ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਸਾਡੀ ਨਿੱਜੀ ਜ਼ਿੰਦਗੀ ਹੈ, ਸਾਡੀ ਨਿੱਜੀ ਜ਼ਿੰਦਗੀ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਸਭ ਤੋਂ ਪਹਿਲਾਂ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਨ ਦੁਨੀਆ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦਾ ਗੁਰਿਆਈ ਪੁਰਬ ਹੈ। ਸਭ ਤੋਂ ਪਹਿਲਾਂ ਮੈਂ ਇਸ ਮਹਾਨ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਵਧਾਈਆਂ ਦੇਣਾ। ਅੱਜ ਅਸੀਂ ਉਸ ਮਹਾਨ ਅਮਰ ਸ਼ਹੀਦ ਸੂਰਬੀਰ ਯੋਧੇ ਮਾਨਯੋਗ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਮਨਾ ਰਹੇ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਹੋਏ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। 14 ਮਾਰਚ 2023 ਦੇ ਵਿੱਚ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ। ਮਾਨਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਪ ਜੀ ਨੂੰ ਦੱਸ ਕੇ ਗਏ ਨੇ, ਔਰ ਅਸੀਂ ਉਹਨਾਂ ਦੇ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਗੁਰਮਤਿ ਸਮਾਗਮਾਂ ਦੀ ਲੜੀ ਪ੍ਰਾਰੰਭ ਕਰਨੀ ਹੈ, ਅੱਜ ਉਹਦੀ ਸ਼ੁਰੂਆਤ ਕੀਤੀ ਹੈ। ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੇ ਦਲਾਂ ਪੰਥਾਂ ਜਥੇਬੰਦੀਆਂ ਸੰਪਰਦਾਵਾਂ ਦੇ ਸਹਿਯੋਗ ਦੇ ਨਾਲ ਇਹ ਸ਼ਤਾਬਦੀ ਜਿਹੜੀ ਹੈ ਉਹ ਮਨਾਈ ਜਾਣੀ ਹੈ। ਪ੍ਰੋਗਰਾਮ ਜਿਹੜੇ ਨੇ ਸ਼ਤਾਬਦੀ ਨੂੰ ਸਮਰਪਿਤ ਉਹ ਆਪਸ ਦੇ ਵਿੱਚ ਬੈਠ ਕੇ ਵਿਦਵਾਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਲੀਕੇ ਜਾਣਗੇ। ਕਿੱਥੇ ਸਮਾਗਮ ਕਰਨੇ ਨੇ, ਕਿਹੋ ਜਿਹੇ ਸਮਾਗਮ ਕਰਨੇ ਨੇ ਜਿਨ੍ਹਾਂ ਦਾ ਦੂਰ ਦੇਰ ਸਮੇਂ ਤੱਕ ਪ੍ਰਭਾਵ ਰਵੇ, ਇਹ ਸਾਰਾ ਕੁਝ ਵਿਚਾਰ ਚਰਚਾ ਕਰਨ ਉਪਰੰਤ ਆਪ ਜੀ ਨੂੰ ਦੱਸਿਆ ਜਾਏਗਾ। ਅਕਾਲੀ ਫੂਲਾ ਸਿੰਘ ਜੀ ਨੂੰ ਇਤਿਹਾਸ ਕਹਿੰਦਾ ਹੈ। ਮਾਨਯੋਗ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਜੀ ਜਿੱਥੇ ਉਹ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਮਹਾਨ ਵੱਡੇ ਜਥੇਦਾਰ ਰਹੇ, ਉੱਥੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਜਥੇਦਾਰ ਦੀਆਂ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ। ਉਹ ਦੌਰ ਸੀ ਸਾਧ ਸੰਗਤ ਜੀ ਜਦੋਂ ਰਾਜ ਕਿਹਨੇ ਕਰਨਾ ਹੈ ਇਹ ਫੈਸਲਾ ਵੋਟਾਂ ਨਹੀਂ ਸੀ ਕਰਦੀਆਂ, ਤਲਵਾਰ ਕਰਦੀ ਹੁੰਦੀ ਸੀ। ਜਿਹਦੀ ਤੇਗ ਦੇ ਵਿੱਚ ਤੇਜ ਹੈ ਉਹਦਾ ਰਾਜ ਹੈ। ਅੱਜ ਵੋਟਾਂ ਫੈਸਲਾ ਕਰਦੀਆਂ ਕਿ ਰਾਜ ਕਿਹਦਾ ਹੋਣਾ ਤੇ ਕਿਹਦਾ ਨਹੀਂ ਹੋਣਾ। ਇਸ ਕਰਕੇ ਸਾਰੀਆਂ ਕੌਮਾਂ ਜਿਹੜੀਆਂ ਉਹ ਗਿਣਤੀ ਵਧਾਉਣ ਵਾਲੇ ਪਾਸੇ ਲੱਗੀਆਂ ਹੋਈਆਂ, ਗਿਣਤੀ ਵਧਾਉਣ ਬਾਰੇ ਸੋਚ ਰਹੀਆਂ ਨੇ ਕਿ ਗਿਣਤੀ ਵਧੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਗਿਣਤੀ ਨਾਲ ਰਾਜ ਹੋਣੇ। ਕੁਆਲਿਟੀ ਜਿਹੜੀ ਹੈ ਉਹ ਘਟਦੀ ਜਾ ਰਹੀ, ਕੁਆਂਟੀਟੀ ਜਿਹੜੀ ਹੈ ਉਹ ਵਧਾਉਣ ਦੇ ਯਤਨ ਹੋ ਰਹੇ। ਜਦ ਕਿ ਗੁਰੂ ਸਾਹਿਬਾਨ ਨੇ ਜਾਂ ਸਾਡਾ ਜਿਹੜਾ ਸਿੱਖ ਸਿਧਾਂਤ ਹੈ ਇਹਨੇ ਕੁਆਂਟੀਟੀ ਨੂੰ ਕਦੇ ਅਹਿਮੀਅਤ ਨਹੀਂ ਸੀ ਦਿੱਤੀ, ਕੁਆਲਿਟੀ ਨੂੰ ਅਹਿਮੀਅਤ ਦਿੱਤੀ ਸੀ। ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਜਿਹੜਾ ਦੌਰ ਸੀ ਉਹ ਐਸਾ ਦੌਰ ਸੀ
ਜਦੋਂ ਇਸ ਪੰਜਾਬ ਦੀ ਧਰਤੀ ਦੇ ਉੱਤੇ, ਪੰਜਾਬ ਦਾ ਮਤਲਬ ਅੱਜ ਦਾ ਪੰਜਾਬ ਨਹੀਂ, ਯਮਨਾ ਤੋਂ ਲੈ ਕੇ ਅਟਕ ਦਰਿਆ ਤੱਕ ਦੇ ਵਿਚਕਾਰਲੇ ਇਲਾਕੇ ਨੂੰ ਉਸ ਵਕਤ ਪੰਜਾਬ ਕਹਿੰਦੇ ਸੀ। ਉਹ ਜਿਹੜਾ ਪੰਜਾਬ ਸੀ, ਇੱਥੇ ਖਾਲਸੇ ਦੇ ਰਾਜ ਦਾ ਨਿਸ਼ਾਨ ਝੂਲਦਾ ਸੀ। ਔਰ ਮਾਨਯੋਗ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਕੋਲ ਉਸ ਵਕਤ ਜਿਹੜੀ ਫੌਜ ਸੀ, ਉਹ ਖਾਲਸਾ ਰਾਜ ਦੀ ਸਭ ਤੋਂ ਸੁਪੀਰੀਅਰ ਫੌਜ ਸੀ, ਸਭ ਤੋਂ ਸੁਪੀਰੀਅਰ। ਜਿਵੇਂ ਅੱਜ ਕੱਲ ਦੁਨੀਆ ਦੇ ਹਰ ਮੁਲਕ ਕੋਲ ਫੌਜਾਂ ਨੇ, ਲੇਕਿਨ ਉਹਨਾਂ ਫੌਜਾਂ ਦੇ ਵਿੱਚੋਂ ਵੀ ਉਹ ਕਰੀਮ ਕੱਢ ਕੇ ਇੱਕ ਐਸੀ ਟੁਕੜੀ ਤਿਆਰ ਕਰਦੇ ਹੈ ਤੇ ਆਪਣੇ ਕੋਲ ਰਿਜ਼ਰਵ ਰੱਖਦੇ ਹੈ, ਜਿਹੜੀ ਲੋੜ ਪੈਣ ਦੇ ਉੱਤੇ ਇਸਤੇਮਾਲ ਕੀਤੀ ਜਾ ਸਕੇ। ਤਾਂ ਉਸ ਵੇਲੇ ਖਾਲਸਾ ਰਾਜ ਦੀ ਜਿਹੜੀ ਸੁਪੀਰੀਅਰ ਫੌਜ ਸੀ, ਉਹ ਮਾਨਯੋਗ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਦੀ ਅਗਵਾਈ ਦੇ ਵਿੱਚ ਚੱਲਦੀ ਸੀ। ਔਰ ਜਦੋਂ ਖਾਲਸਾ ਰਾਜ ਨੂੰ ਲੋੜ ਪੈਂਦੀ ਸੀ, ਜਦੋਂ ਖਾਲਸਾ ਰਾਜ ਨੂੰ ਲੋੜ ਪੈਂਦੀ ਸੀ ਜਾਂ ਖਾਲਸਾ ਰਾਜ ਦੀਆਂ ਜਿਹੜੀਆਂ ਫੌਜਾਂ ਕਿਸੇ ਮੁਹਿੰਮ ਦੇ ਵਿੱਚ ਜਦੋਂ ਜਿਹੜਾ ਹੈ ਉਹ ਕਾਮਯਾਬ ਹੁੰਦੀਆਂ ਨਹੀਂ ਦਿਖਾਈ ਦਿੰਦੀਆਂ ਸੀ, ਉਸ ਵਕਤ ਫਿਰ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਵਾਜ਼ ਮਾਰੀ ਜਾਂਦੀ ਸੀ ਤੇ ਇਹ ਆਪਣੀ ਫੌਜ ਲੈ ਕੇ ਉਸ ਮੁਹਿੰਮ ਨੂੰ ਸਰ ਕਰਨ ਵਾਸਤੇ ਪਹੁੰਚਦੇ ਸੀ ਤੇ ਉਹ ਮੁਹਿੰਮ ਜਿਹੜੀ ਹੈ ਉਹ ਸਰ ਹੁੰਦੀ ਸੀ। ਉਦੋਂ ਬਾਬਾ ਅਕਾਲੀ ਫੂਲਾ ਸਿੰਘ ਜੀ ਇਹ ਨਹੀਂ ਸੀ ਦੇਖਦੇ ਹੁੰਦੇ ਵੀ ਮਹਾਰਾਜਾ ਮੈਨੂੰ ਆਵਾਜ਼ ਮਾਰ ਰਿਹਾ ਹੈ, ਤਾਂ ਉਹ ਮਹਾਰਾਜਾ ਹੈ ਜਿਹੜਾ ਹਰਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਵੀ ਸੋਨਾ ਦੇ ਰਿਹਾ ਤੇ ਜਗਨਨਾਥ ਦੇ ਮੰਦਿਰ ਨੂੰ ਵੀ ਸੋਨਾ ਦੇ ਰਿਹਾ। ਇਹ ਹਿੰਦੂਆਂ ਦੇ ਮੰਦਿਰ ਨੂੰ ਸੋਨਾ ਦੇ ਰਿਹਾ, ਮੈਂ ਇਹਦੀ ਮਦਦ ਕਿਉਂ ਕਰਾਂ? ਇਹਦਾ ਉੱਥੇ ਪੂਜਾ ਅਰਚਨਾ ਕਰੀ ਜਾਂਦਾ ਜਾ ਕੇ, ਮੈਂ ਇਹਦੀ ਮਦਦ ਕਿਉਂ ਕਰਾਂ? ਕਿਉਂਕਿ ਇਹ ਰਾਜੇ ਦੇ ਫਰਜ਼ ਹੁੰਦੇ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲੋਂ ਵਿਅਕਤੀਗਤ ਜਿਹੜੀ ਹੈ ਉਹ ਕੁਤਾਹੀ ਹੋਈ, ਉਦੋਂ ਬਾਬਾ ਅਕਾਲੀ ਫੂਲਾ ਸਿੰਘ ਨੇ ਉਹਨੂੰ ਜਿਹੜਾ ਉਹ ਤਲਬ ਕੀਤਾ। ਅਸੀਂ ਸਾਰੇ ਇਤਿਹਾਸ 'ਚ ਪੜ੍ਹਦੇ ਹਾਂ, ਕਹਿੰਦੇ ਜੀ ਉਹਨੇ ਮੋਹਰਾ ਨਾਚੀ ਜਿਹੜੀ ਸੀ, ਉਹਦਾ ਨਾਚ ਜਿਹੜਾ ਸੀ ਉਹ ਰਖਵਾਇਆ ਰੱਖਿਆ। ਉਹਨੇ ਮੋਹਰਾ ਨਾਚੀ ਜਿਹੜੀ ਹੈ ਉਹਨੂੰ ਰੱਖਿਆ ਹੋਇਆ ਸੀ ਆਪਣੇ ਕੋਲ। ਇਹਦੇ ਦੋਸ਼ ਦੇ ਵਿੱਚ ਮਾਨਯੋਗ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਨੇ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਇੱਥੇ ਤਲਬ ਕੀਤਾ। ਸਿੱਖੀ ਦੇ ਜੀਵਨ ਦੇ ਵਿੱਚ, ਸਿੱਖ ਦੇ ਜੀਵਨ ਦੇ ਵਿੱਚ ਸਿੱਖੀ ਪੱਖੋਂ ਜਿਹੜਾ ਹੈ ਉਹ ਕੋਈ ਢਿਲਾਈ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਤੇ ਅੱਜ ਅਸੀਂ ਕੀ ਦੇਖਦੇ ਹਾਂ ਸਾਡੇ ਸਿੱਖ ਸਮਾਜ ਦੇ ਵਿੱਚ, ਕਿਹੜਾ ਵਿਆਹ ਹੈ ਜਿਹੜਾ ਪੈਲਸਾਂ ਦੇ ਵਿੱਚ ਨਹੀਂ ਹੁੰਦਾ, ਔਰ ਕਿਹੜਾ ਵਿਆਹ ਹੈ ਜਿੱਥੇ ਆਰਕੈਸਟਰਾ ਨਹੀਂ ਨਚਾਈਆਂ ਜਾ ਰਹੀਆਂ। ਉਹ ਜਿਹੜੀਆਂ ਆਰਕੈਸਟਰਾ ਵਾਲੀਆਂ ਜਿਹੜੀਆਂ ਲੜਕੀਆਂ ਨੱਚਦੀਆਂ ਕੋਈ ਅਰਸ਼ੋਂ ਨਹੀਂ ਉਤਰੀਆਂ, ਉਹ ਸਾਡੇ ਪੰਜਾਬ ਦੀਆਂ ਹੀ ਧੀਆਂ ਭੈਣਾਂ, ਸਾਡੀਆਂ ਹੀ ਭੈਣਾਂ ਧੀਆਂ ਨੇ ਜਿਹੜੀਆਂ ਅਸੀਂ ਆਪਣੇ ਵਿਆਹਾਂ ਦੇ ਵਿੱਚ ਨਚਾਉਂਦੇ। ਔਰ ਕੇਵਲ ਨਚਾਉਂਦੇ ਨਹੀਂ ਹੈ, ਕਈ ਵਾਰੀ ਐਸੀ ਘਿਨਾਉਣੀ ਹਰਕਤ ਕਰਨ ਤੱਕ ਜਿਹੜਾ ਉਹ ਚਲੇ ਜਾਂਦੇ ਹੈ ਕਿ ਸਾਰੇ ਜਿਹੜਾ ਸਮਾਜ ਜਿਹੜਾ ਹੈ ਉਹ ਸ਼ਰਮਸ਼ਾਰ ਹੁੰਦਾ। ਉਸ ਵੇਲੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਕਰਕੇ ਤਲਬ ਕੀਤਾ ਕਿ ਤੁਸੀਂ ਮੋਹਰਾ ਨਾਚੀ ਜਿਹੜੀ ਹੈ ਉਹ ਆਪਣੇ ਕੋਲ ਰੱਖ ਕੇ ਇਹਦਾ ਨਾਚ ਜਿਹੜਾ ਦੇਖਦੇ ਹੋ। ਤੇ ਅੱਜ ਸਿੱਖ ਹਰ ਜਿਹੜਾ ਹੈ ਉਹ ਆਪਣੇ ਵਿਆਹਾਂ ਸ਼ਾਦੀਆਂ ਦੇ ਵਿੱਚ ਇਹ ਨਾਚ ਦੇਖਣ ਤੇ ਮਸਰੂਫ ਹੋਇਆ। ਕਿਹਨੂੰ ਕਿਹਨੂੰ ਬੰਨਾਂਗੇ, ਕਿਹਨੂੰ ਕਿਹਨੂੰ ਤਲਬ ਕਰਾਂਗੇ, ਕਿਹਨੂੰ ਕਿਹਨੂੰ ਛੇਕਾਂ। ਤੇ ਜੇ ਕਿਸੇ ਨੂੰ ਕਹਿ ਦਿਓ ਕਹਿੰਦੇ ਜੀ ਡੈਮੋਕ੍ਰੇਸੀ ਆ, ਆਜ਼ਾਦੀ ਆ, ਸਾਨੂੰ ਅਧਿਕਾਰ ਹੈ, ਸਾਡੀ ਤਾਂ ਨਿੱਜੀ ਜ਼ਿੰਦਗੀ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਸਾਡੀ ਨਿੱਜੀ ਜ਼ਿੰਦਗੀ ਹੈ, ਸਾਡੀ ਨਿੱਜੀ ਜ਼ਿੰਦਗੀ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਅਕਾਲ ਤਖਤ ਸਾਹਿਬ ਦਾ ਫੈਸਲਾ ਜਿਹਦੇ ਹੱਕ 'ਚ ਆ ਜਾਂਦਾ ਹੈ ਉਹ ਕਹਿੰਦਾ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਤੇ ਹੱਕ 'ਚ ਤਾਂ ਇੱਕ ਦਾ ਹੀ ਆਉਣਾ। ਜਿਹੜਾ ਸੱਚਾ ਉਹਦੇ ਹੱਕ 'ਚ ਆ ਗਿਆ, ਤੇ ਜਿਹੜਾ ਝੂਠਾ ਹੁੰਦਾ ਹੈ ਉਹ ਸਿਰ ਸੁੱਟ ਕੇ ਸਵੀਕਾਰ ਨਹੀਂ ਕਰਦਾ। ਉਹ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਜਥੇਦਾਰੀ ਨਹੀਂ ਮੰਨਦਾ। ਕਈ ਤਾਂ ਇੱਥੋਂ ਤੱਕ ਚਲੇ ਜਾਂਦੇ ਆ, ਕਹਿੰਦੇ ਅਸੀਂ ਅਕਾਲ ਤਖਤ ਨੂੰ ਹੀ ਨਹੀਂ ਮੰਨਦੇ। ਦੱਸੋ ਕੀ ਕਰੋਗੇ ਤੁਸੀਂ? ਇਹ ਕੌਮੀ ਗਿਰਾਵਟ ਹੈ। ਤੇ ਇਹਨਾਂ ਕੌਮੀ ਗਿਰਾਵਟਾਂ ਨੂੰ ਦੂਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਸ ਵੇਲੇ ਬਾਬਾ ਅਕਾਲੀ ਫੂਲਾ ਸਿੰਘ ਜੀ, ਮਾਨਯੋਗ ਸਿੰਘ ਸਾਹਿਬ ਜਿਹੜੇ ਸਨ, ਉਹਨਾਂ ਕੋਲੇ ਸੁਪੀਰੀਅਰ ਫੌਜ ਸੀ। ਉਹ ਸੁਪੀਰੀਅਰ ਫੌਜ ਸੀ ਜਿਹਦੇ ਦੁਨੀਆ ਦੀਆਂ ਫੌਜਾਂ ਘਬਰਾਉਂਦੀਆਂ ਸੀ, ਡਰਦੀਆਂ ਸੀ। ਐਸੀ ਫੌਜ ਜਿਹੜੀ ਹੈ ਉਹ ਅਕਾਲੀ ਬਾਬਾ ਫੂਲਾ ਸਿੰਘ ਦੀ ਅਗਵਾਈ ਦੇ ਵਿੱਚ ਚੱਲਦੀ ਸੀ, ਸ਼ਸਤਰਧਾਰੀ, ਮਰਨ ਦਾ ਚਾਹ ਲੈ ਕੇ। ਤੇ ਅੱਜ ਅਸੀਂ ਕੀ, ਅੱਜ ਤਾਂ ਨਹੱਤੇ ਹਾਂ,
ਕੀ ਹੈ ਸਾਡੇ ਕੋਲ, ਕਿਹੜੀ ਫੌਜ ਹੈ। ਇਸ ਕਰਕੇ ਸਾਧ ਸੰਗਤ ਜੀ, ਅੱਜ ਜਿਹੜੇ ਕੌਮੀ ਗਿਰਾਵਟਾਂ ਜਿਹੜੀਆਂ ਆਈਆਂ ਨੇ, ਇਹਨਾਂ ਨੂੰ ਦੂਰ ਕਰਨ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨ ਦੀ ਬਹੁਤ ਵੱਡੀ ਲੋੜ ਹੈ। ਮੈਂ ਅਕਸਰ ਹੀ ਬਾਰ-ਬਾਰ ਇਹ ਜਿਹੜਾ ਹੈ ਉਹ ਅਪੀਲ ਕਰਦਾ ਪੰਥ ਨੂੰ ਕਿ ਆਪਣੀਆਂ ਸੰਸਥਾਵਾਂ ਬਚਾਓ, ਆਪਣੀਆਂ ਸੰਸਥਾਵਾਂ ਦੀਆਂ ਮਰਿਆਦਾਵਾਂ ਬਚਾਓ। ਅੱਜ ਸਾਡੀਆਂ ਸੰਸਥਾਵਾਂ ਦੇ ਵਿੱਚ ਆਪੋ ਧਾਪੀ ਪਈ ਹੋਈ ਹੈ। ਇੱਕ ਕਹਿੰਦਾ ਮੈਂ ਵੱਡਾ, ਮੇਰੀ ਸੰਸਥਾ ਵੱਡੀ, ਮੇਰੇ ਅਧਿਕਾਰ ਵੱਡੇ, ਦੂਜੀ ਦੀ ਸੰਸਥਾ ਛੋਟੀ, ਦੂਜੇ ਦੇ ਅਧਿਕਾਰ ਛੋਟੇ। ਆਪਣੇ ਅਧਿਕਾਰ ਜਿਹੜੇ ਆ ਨਾ ਉਹਨੂੰ ਵੱਡਾ ਜਿਹੜਾ ਹੈ ਉਹ ਅਖਵਾਉਣ ਦੀ ਹੋੜ ਦੇ ਵਿੱਚ ਸਾਡੀਆਂ ਸੰਸਥਾਵਾਂ ਸੰਭਾਲਣ ਵਾਲੇ ਜਿਹੜੇ ਵਿਅਕਤੀ ਆ ਉਹ ਲੱਗੇ ਹੋਏ ਆ। ਕਬਜ਼ੇ ਦੀ ਲੜਾਈ ਹੋ ਰਹੀ ਹੈ, ਸੰਸਥਾਵਾਂ ਦੇ ਉੱਤੇ ਕਬਜ਼ੇ ਦੀ ਲੜਾਈ ਹੋ ਰਹੀ ਹੈ। ਪੰਥ ਕਿੱਥੇ ਹੈ? ਪੰਥ ਕਿੱਥੇ ਦਿਸਦਾ ਹੈ? ਪੰਥ ਲਈ ਕੌਣ ਲੜ ਰਿਹਾ? ਅਸੀਂ ਤਾਂ ਸੰਸਥਾਵਾਂ ਦੇ ਉੱਤੇ ਕਬਜ਼ੇ ਦੀ ਲੜਾਈ ਲੜ ਰਹੇ। ਇਹ ਗੋਲਕਾਂ ਸੰਭਾਲਦੇ ਆ, ਅਸੀਂ ਗੋਲਕਾਂ ਸੰਭਾਲੀਏ। ਇਹ ਨਹੀਂ ਚਾਹ ਹੈਗਾ ਕਿ ਅਸੀਂ ਪੰਥ ਦੀ ਸੇਵਾ ਕਰਨੀ। ਅੱਜ 80% ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਮਾਮਲੇ ਪੁੱਜ ਰਹੇ ਹੈ ਉਹ ਗੁਰਦੁਆਰਾ ਕਮੇਟੀਆਂ ਦੇ ਲੜਾਈਆਂ ਝਗੜਿਆਂ ਦੇ ਫੈਸਲੇ ਮਾਮਲੇ ਜਿਹੜੇ ਆ ਪੁੱਜ ਰਹੇ ਆਪਸ ਦੇ ਵਿੱਚ। ਔਰ ਉਹਨਾਂ 80% ਦੇ ਵਿੱਚੋਂ ਜ਼ਿਆਦਾਤਰ ਮਾਮਲੇ ਜਿਹੜੇ ਹੈ ਉਹ ਭਾਰਤ ਤੋਂ ਬਾਹਰ ਦੇ ਦੇਸ਼ਾਂ ਦੇ ਪੁੱਜ ਰਹੇ। ਕੀ ਕਰੋਗੇ ਤੁਸੀਂ? ਚਲੋ ਮੰਨ ਲਓ ਪੰਜਾਬ ਵਾਲਿਆਂ ਨੂੰ ਤਾਂ ਕਹਿੰਦੇ ਜੀ ਇਹਨਾਂ ਨੂੰ ਅਕਲ ਨਹੀਂ, ਇਹ ਤਾਂ ਅਨਪੜ੍ਹ ਹੈ। ਬਾਹਰ ਬੈਠੇ ਜਿਹੜੇ ਸਿੱਖ ਆ ਉਹ ਤਾਂ ਪੜ੍ਹੇ ਲਿਖੇ ਆ, ਉਹ ਤਾਂ ਬੜਾ ਵਧੀਆ ਜਿਹੜਾ ਹੈ ਉਹ ਨਿਜ਼ਾਮ ਹੈ ਉੱਥੋਂ ਦਾ। ਉੱਥੇ ਗੁਰਦੁਆਰਾ ਕਮੇਟੀਆਂ ਦੇ ਝਗੜੇ ਕਿਉਂ ਹੈ? ਲੱਖਾਂ ਕਰੋੜਾਂ ਡਾਲਰ ਜਿਹੜਾ ਹੈ ਉਹ ਕੋਰਟਾਂ ਦੇ ਵਿੱਚ ਫੂਕਿਆ ਜਾ ਰਿਹਾ ਹੈ ਸੰਸਥਾਵਾਂ ਤੇ ਕਬਜ਼ਿਆਂ ਦੀ ਲੜਾਈ ਨੂੰ ਲੈ ਕੇ। ਕੌਣ ਹੈ? ਕੌਣ ਰੋਕਣ ਵਾਲਾ ਹੈ? ਤੁਸੀਂ ਰੋਕ ਕੇ ਦਿਖਾਓ, ਤੁਸੀਂ ਰੋਕ ਕੇ ਦਿਖਾਓ। ਇਸ ਹੱਦ ਤੱਕ ਚਲੇ ਜਾਂਦੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ। ਤੇ ਕੋਈ ਗੁਰੂ ਪਿਆਰਿਓ ਦੋ ਰਹਿਵਾਂ ਨਹੀਂ। ਜਦੋਂ ਇਹ ਲੋਕ ਇਹ ਵੀ ਕਹਿ ਦੇਣਗੇ ਕਿ ਅਸੀਂ ਗੁਰੂ ਨੂੰ ਹੀ ਨਹੀਂ ਮੰਨਦੇ, ਜਿਸ ਗੁਰਦੁਆਰੇ ਦਾ ਪ੍ਰਬੰਧ ਸੰਭਾਲਣਾ ਅਸੀਂ ਉਸ ਗੁਰੂ ਨੂੰ ਹੀ ਨਹੀਂ ਮੰਨਦੇ, ਇਹ ਵੀ ਕਹਿ ਦੇਣਗੇ, ਕਿਉਂਕਿ ਨਿਰਲੱਜ ਹੋ ਚੁੱਕੇ ਨੇ, ਢੀਠ ਹੋ ਚੁੱਕੇ ਨੇ। ਅੱਜ ਸਾਡੀਆਂ ਸੰਸਥਾਵਾਂ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬਚਾਉਣ ਦੀ ਜ਼ਰੂਰਤ ਹੈ। ਸਾਡੀਆਂ ਸੰਸਥਾਵਾਂ ਜੇ ਕਮਜ਼ੋਰ ਹੋ ਗਈਆਂ, ਅਮਰੀਕਾ ਦੇ ਵਿੱਚ ਜਦੋਂ ਟਰੰਪ ਜਿਹੜਾ ਸੀ ਉਹ ਉਤਰਿਆ, ਰੌਲਾ ਪਿਆ, ਅਮਰੀਕੀ ਕਾਂਗਰਸ ਦੇ ਵਿੱਚ 6 ਬੰਦੇ ਕਿ 5 ਬੰਦੇ ਬੰਦੂਕਾਂ ਲੈ ਕੇ ਵੜ ਗਏ ਔਰ ਉਹਨਾਂ ਨੇ ਮਰਡਰ ਕੀਤੇ ਉੱਥੇ। ਲੇਕਿਨ ਫਿਰ ਵੀ ਅਮਰੀਕਾ ਨੂੰ ਕੁਝ ਨਹੀਂ ਹੋਇਆ। ਪਤਾ ਕਿਉਂ ਕੁਝ ਨਹੀਂ ਹੋਇਆ? ਕਿਉਂਕਿ ਅਮਰੀਕਾ ਦੀਆਂ ਸੰਵਿਧਾਨਕ ਜਿਹੜੀਆਂ ਸੰਸਥਾਵਾਂ ਸੀ ਉਹ ਬਹੁਤ ਮਜ਼ਬੂਤ ਸੀ। ਉਹਨਾਂ ਨੇ ਕੋਈ ਗੜਬੜ ਨਹੀਂ ਹੋਣ ਦਿੱਤੀ, ਸਾਰਾ ਮੁਲਕ ਸਾਂਭ ਲਿਆ, ਕਿਉਂਕਿ ਉਹਨਾਂ ਦੀਆਂ ਸੰਸਥਾਵਾਂ ਬਹੁਤ ਮਜ਼ਬੂਤ ਸੀ। ਸੰਸਥਾਵਾਂ ਮਜ਼ਬੂਤ ਸੀ। ਤੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਤੇ ਅਸੀਂ ਬਚ ਪਾਵਾਂਗੇ। ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਨਾ ਹੋਈਆਂ ਸਾਧ ਸੰਗਤ ਜੀ, ਅਸੀਂ ਬਚ ਨਹੀਂ ਪਾਵਾਂਗੇ। ਸੰਸਥਾਵਾਂ ਮਜ਼ਬੂਤ ਕਰੋ। ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਚੀਫ ਖਾਲਸਾ ਦੀਵਾਨ ਹੈ, ਚਾਹੇ ਪਟਨਾ ਸਾਹਿਬ ਬੋਰਡ ਹੈ, ਚਾਹੇ ਹਜੂਰ ਸਾਹਿਬ ਬੋਰਡ ਹੈ। ਹੁਣ ਤੁਸੀਂ ਹਜੂਰ ਸਾਹਿਬ ਬੋਰਡ ਦੀ ਲਾ ਲਓ। ਅੱਜ ਮੇਰੇ ਖਿਆਲ 4-5 ਮਹੀਨੇ ਹੋ ਗਏ ਸਰਕਾਰ ਨੂੰ ਬੋਰਡ ਭੰਗ ਕੀਤਿਆਂ। ਇੱਕ ਸਿੱਖ ਦੇ ਹਵਾਲੇ ਕੀਤਾ, ਹਾਲਾਂਕਿ ਉਸ ਸਿੱਖ ਦੀ ਸਿਆਣਪ ਦੇ ਉੱਤੇ ਕੋਈ ਸ਼ੰਕਾ ਨਹੀਂ ਹੈ, ਬੜਾ ਇੰਟੈਲੀਜੈਂਟ ਸਿੱਖ ਹੈ ਉਹ ਜਿਹਦੇ ਹਵਾਲੇ ਕੀਤਾ। ਲੇਕਿਨ ਅੱਜ ਕਿੰਨੇ ਮਹੀਨੇ ਹੋ ਗਏ ਬੋਰਡ ਨੂੰ ਸਸਪੈਂਡ ਕੀਤਿਆਂ, ਉਹਦੀ ਬਹਾਲੀ ਨਹੀਂ ਹੈ। ਕਿੱਥੇ ਪ੍ਰਬੰਧ ਹੈ ਪੰਥ ਕੋਲੇ ਨਾਂਦੇੜ ਸਾਹਿਬ ਦਾ? ਕਿੱਥੇ ਪ੍ਰਬੰਧ ਹੈ ਨਾਂਦੇੜ ਸਾਹਿਬ ਦਾ? ਲੇਕਿਨ ਕੋਈ ਸਿੱਖ ਬੋਲਦਾ, ਕੋਈ ਸਿੱਖ ਕਹਿ ਰਿਹਾ, ਆਵਾਜ਼ ਉੱਠ ਰਹੀ ਹੈ, ਕੋਈ ਧਰਨੇ ਮੁਜ਼ਾਹਰਿਆਂ ਦੀ ਗੱਲ ਕਰ ਰਿਹਾ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੁਝ ਹੋ ਜਾਏ ਤੇ ਧਰਨੇ ਮੁਜ਼ਾਹਰਿਆਂ ਤੱਕ ਆ ਜਾਂਦੇ ਨੇ। ਉੱਥੇ ਕੋਈ ਧਰਨੇ ਮੁਜ਼ਾਹਰਿਆਂ ਦੀ ਗੱਲ ਕਰ ਰਿਹਾ? ਪਟਨਾ ਸਾਹਿਬ ਦਾ ਬੋਰਡ ਕਿੱਥੇ? ਪਟਨਾ ਸਾਹਿਬ ਦਾ ਬੋਰਡ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਆ, ਉਹਦਾ ਬੋਰਡ ਕਿੱਥੇ ਦਿਖਾਈ ਦੇ ਰਿਹਾ? ਕੀ ਕਰ ਰਿਹਾ ਬੋਰਡ? ਕੀ ਕੁਝ ਹੋ ਰਿਹਾ? ਕੀ ਬੋਰਡ ਦੀਆਂ ਜਿਹੜੀਆਂ ਨੇ ਉਹ ਜ਼ਿੰਮੇਵਾਰੀਆਂ ਨੇ? ਕੌਣ ਪੁੱਛੋ ਉਹਨਾਂ ਨੂੰ ਜਾ ਕੇ? ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜਾ ਕੇ। ਇਸ ਕਰਕੇ ਕਿਉਂਕਿ ਅਸੀਂ ਕਹਿੰਦੇ ਆ ਜਥੇਦਾਰ ਅਕਾਲ ਤਖਤ ਬੋਲੇ, ਜਥੇਦਾਰ ਅਕਾਲ ਤਖਤ ਬੋਲੇ, ਤੇ ਜੇ ਜਥੇਦਾਰ ਅਕਾਲ ਤਖਤ ਸਾਹਿਬ ਬੋਲ ਪਿਆ ਫਿਰ ਕਹਿੰਦੇ ਇਹ ਬਾਦਲਾਂ ਨੂੰ ਪ੍ਰਮੋਟ ਕਰ ਰਹੇ, ਇਹਦਾ ਬਾਦਲਾਂ ਨੂੰ ਮਜ਼ਬੂਤ ਕਰ ਰਹੇ। ਇਸ ਕਰਕੇ ਸਾਧ ਸੰਗਤ ਜੀ, ਸਾਨੂੰ ਸੋਚਣ ਦੀ ਜ਼ਰੂਰਤ ਹੈ, ਸਾਨੂੰ ਸਮਝਣ ਦੀ ਜ਼ਰੂਰਤ ਹੈ।
ਅਸੀਂ ਬਾਬਾ ਅਕਾਲੀ ਫੂਲਾ ਸਿੰਘ ਜਿਹੜੇ ਇਸ ਤਖਤ ਦੇ ਮਹਾਨ ਜਥੇਦਾਰ ਰਹੇ ਨੇ, ਉਹਨਾਂ ਦੀ 200 ਸਾਲਾ ਸ਼ਤਾਬਦੀ ਜਿਹੜੀ ਆ ਉਹ ਮਨਾ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਨੇ। ਅਸੀਂ ਫੇਰ ਕਹਿੰਦੇ ਆ ਕਿ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਜਿਹੜਾ ਹੈ ਉਹ ਕਿਉਂ ਨਹੀਂ ਬਣਾਇਆ ਜਾ ਰਿਹਾ? ਤਖਤਾਂ ਦੇ ਜਥੇਦਾਰਾਂ ਦੇ ਅਧਿਕਾਰਾਂ ਦੀ ਵਿਆਖਿਆ ਕਿਉਂ ਨਹੀਂ ਕੀਤੀ ਜਾ ਰਹੀ? ਕਿੰਨਾ ਸਮਾਂ ਜਿਹੜਾ ਹੈ ਕੋਈ ਤਖਤ ਦਾ ਜਥੇਦਾਰ ਰਹੇਗਾ, ਕਦੋਂ ਹਟੇਗਾ, ਕਦੋਂ ਬਣੇਗਾ, ਕੀ ਪ੍ਰਕਿਰਿਆ ਹੋਏਗੀ? ਕਿਉਂ ਨਹੀਂ ਇਹ ਵਿਧੀ ਵਿਧਾਨ ਜਿਹੜਾ ਹੈ ਕੌਮ ਦੀਆਂ ਸੰਸਥਾਵਾਂ ਜਾਂ ਕੌਮ ਦੇ ਵਿਦਵਾਨ ਜਿਹੜੇ ਆ ਉਹ ਮਿਲ ਕੇ ਬਣਾ ਰਹੇ ਆ? ਔਰ ਇਹ ਚੀਜ਼ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚਿੱਠੀ ਭੇਜੀ ਗਈ ਸੀ। ਜਦੋਂ ਸਿੰਘ ਸਾਹਿਬ ਮਾਨਯੋਗ ਜਥੇਦਾਰ ਜੋਗਿੰਦਰ ਸਿੰਘ ਜੀ ਵੈਦਾਂਤੀ ਜਥੇਦਾਰ ਸੀ, ਉਹਨਾਂ ਨੇ ਪੱਤਰ ਭੇਜਿਆ ਸੀ। ਮਾਨਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਬੈਠੇ ਨੇ, ਇਹਨਾਂ ਨੇ ਰਿਮਾਈਂਡਰ ਭੇਜਿਆ ਸੀ। ਅਸੀਂ ਰਿਮਾਈਂਡਰ ਭੇਜਿਆ ਕਿ ਜਥੇਦਾਰਾਂ ਦੀ ਨਿਯੁਕਤੀ ਦੇ ਵਿਧੀ ਵਿਧਾਨ ਹੋਣੇ ਚਾਹੀਦੇ ਨੇ, ਕੋਈ ਆਪਣੇ ਅਧਿਕਾਰ ਤੋਂ ਬਾਹਰ ਨਾ ਜਾ ਸਕੇ। ਜੇ ਮਹਾਦੋਸ਼ ਲੱਗਦਾ ਜਥੇਦਾਰ ਤੇ, ਕੋਈ ਗਲਤੀ ਕੋਈ ਖੁਨਾਮੀ ਜਥੇਦਾਰ ਤੋਂ ਹੁੰਦੀ ਹੈ, ਤੇ ਉਹਨੂੰ ਉਤਾਰਨ ਦਾ ਕੀ ਵਿਧੀ ਵਿਧਾਨ ਹੋਣਾ ਚਾਹੀਦਾ? ਕੋਈ ਵਿਧੀ ਵਿਧਾਨ ਹੈ? ਹਾਈ ਕੋਰਟ ਦਾ ਜੇ ਜੱਜ ਦੇ ਉੱਤੇ ਮਹਾਦੋਸ਼ ਲੱਗ ਜੇ ਤੇ ਉਹਨੂੰ ਸੁਪਰੀਮ ਕੋਰਟ ਦੀ ਜਿਹੜੀ ਹੈ ਉਹ ਅਦਾਲਤ ਦੇਖਦੀ ਹੈ, ਸੁਣਦੀ ਹੈ, ਕਿਉਂਕਿ ਉਹਨਾਂ ਨੇ ਵਿਧੀ ਵਿਧਾਨ ਬਣਾਇਆ। ਸੈਸ਼ਨ ਕੋਰਟ ਨਹੀਂ ਹੈ ਚੱਕ ਕੇ ਹਾਈ ਕੋਰਟ ਦੇ ਜੱਜ ਨੂੰ ਸਜ਼ਾ ਦੇ ਦਿੰਦੀ, ਲੇਕਿਨ ਸਾਡੇ ਵਿਧੀ ਵਿਧਾਨ ਹੀ ਕੋਈ ਨਹੀਂ। ਇਸ ਕਰਕੇ ਸੰਸਥਾਵਾਂ ਮਜ਼ਬੂਤ ਕਰੀਏ। ਅਸੀਂ ਉਸ ਜਰਨੈਲ ਦਾ, ਮੈਂ ਇਹ ਗੱਲਾਂ ਇਸ ਕਰਕੇ ਕੀਤੀਆਂ ਨੇ ਕਿ ਅਸੀਂ ਉਸ ਜਰਨੈਲ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨਾਮਤੀ ਪ੍ਰਭੁਤਾ ਨੂੰ ਜਿਹੜਾ ਸੀ ਉਹ 4 ਚੰਨ ਲਾਏ ਸੀ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੁਤਾ ਨੂੰ 4 ਚੰਨ ਲੱਗਣ, ਤੇ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਪੈਣੇ ਆ। ਮੈਂ ਹੈਗਾ ਚਲਾ ਜਾਵਾਂਗਾ, ਕੋਈ ਹੋਰ ਆ ਜਾਏਗਾ ਉਹ ਵੀ ਚਲਾ ਜਾਏਗਾ। ਪਹਿਲੇ ਸਿੰਘ ਸਾਹਿਬ ਬੈਠੇ ਨੇ, ਇਹ ਆਏ ਚਲੇ ਗਏ, ਅਸੀਂ ਵੀ ਚਲੇ ਜਾਵਾਂਗੇ, ਲੇਕਿਨ ਅਕਾਲ ਤਖਤ ਸਾਹਿਬ ਇੱਥੇ ਰਹਿਣਾ। ਇਸ ਕਰਕੇ ਕੋਈ ਐਸੇ ਮਾਪਦੰਡ ਕੌਮ ਨੂੰ ਮਿਲ ਕੇ, ਕੌਮ ਦੀਆਂ ਸੰਸਥਾਵਾਂ ਨੂੰ ਮਿਲ ਕੇ ਤੈਅ ਕਰ ਲੈਣੇ ਚਾਹੀਦੇ ਆ, ਤਾਂ ਕਿ ਸਾਡੀ ਕੌਮ ਜਿਹੜੀ ਹੈ ਉਹ ਗੈਰਾਂ ਦੇ ਵਿੱਚ ਹਾਸੇ ਮਜ਼ਾਕ ਦੀ ਪਾਤਰ ਨਾ ਬਣੇ। ਅੱਜ ਹਾਸੇ ਮਜ਼ਾਕ ਦੀ ਪਾਤਰ ਬਣ ਰਹੀ ਹੈ। ਅੱਜ ਜਿਹੜੇ ਧਰਮ ਪਰਿਵਰਤਨ ਕਰਾ ਰਹੇ ਨਾ ਜ਼ਬਰੀ, ਉਹ ਸਾਡੀਆਂ ਸੰਸਥਾਵਾਂ ਦਾ ਮਜ਼ਾਕ ਉਡਾ ਰਹੇ, ਸਾਡੀਆਂ ਸੰਸਥਾਵਾਂ ਦਾ ਮਜ਼ਾਕ ਉਡਾ ਰਹੇ। ਸੋ ਸਾਨੂੰ ਸੋਚਣ ਸਮਝਣ ਦੀ ਜ਼ਰੂਰਤ ਹੈ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਜੋ ਸਿੱਖਾਂ ਦੀ ਸਰਵੋਪਰੀ ਜਿਹੜਾ ਹੈ ਉਹ ਪੋਸਟ ਹੈ, ਸਰਵੋਪਰੀ ਅਹੁਦਾ ਹੈ। ਅਸੀਂ ਤਾਂ ਇਹਨੂੰ ਵੀ ਨਿਸ਼ਾਨੇ ਤੇ ਲੈਣੋਂ ਨਹੀਂ ਛੱਡਿਆ, ਔਰ ਗੈਰਾਂ ਨੇ ਨਹੀਂ ਲਿਆ, ਸਾਡੇ ਆਪਣਿਆਂ ਨੇ ਲਿਆ। ਇਸ ਕਰਕੇ ਅਹੁਦਿਆਂ ਦਾ ਮਾਣ ਕਰਨਾ ਸਿੱਖੀਏ, ਅਹੁਦਿਆਂ ਦਾ ਸਤਿਕਾਰ ਕਰਨਾ ਸਿੱਖੀਏ, ਔਰ ਅਹੁਦਿਆਂ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੇ ਵਿੱਚ ਆਪਣਾ ਯੋਗਦਾਨ ਪਾਈਏ, ਤਾਂ ਅਸੀਂ ਬਚ ਸਕਦੇ ਹਾਂ, ਨਹੀਂ ਬਚ ਨਹੀਂ ਸਕਾਂਗੇ। ਮਾਨਯੋਗ ਸਿੱਖ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਸਾਰਿਆਂ ਦਾ ਧੰਨਵਾਦ ਕਰ ਦਿੱਤਾ ਹੈ। ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।